चल रही है, आवाज भी आ रही है? बिल्कुल बिल्कुल। ओके, सारे जय यीशु मसीह जी। जय यीशु मसीह जी। की हाल चाल है सारे दा? अच्छा, सारे दे माइक बंद है। ओके, मैं प्रस्यूम करदा तुसीं सारे ने ही किया कि ਅਸੀਂ ਸਾਰੇ ਠੀਕ ਠਾਕ ਹਾਂ ਤੇ ਮੇਰੀ ਪ੍ਰਾਰਥਨਾ ਵੀ ਹੈ ਕਿ ਸਾਰੇ ਖੁਦਾ ਦੇ ਵਿੱਚ ਰਹੋ, ਤੰਦਰੁਸਤ ਰਹੋ ਤੇ ਨਾਮ ਦੇ ਵਿੱਚ ਸੁਰੱਖਿਅਤ ਰਹੋ। ਤੁਹਾਡੇ ਵਿੱਚੋਂ ਦਵਾਈਆਂ ਕਿੰਨਿਆਂ ਨੇ ਦੇਖੀਆਂ ਹੋਣਗੀਆਂ? ਇੱਕ ਮਿੰਟ ਮੈਂ ਹੋਰ ਇਹਨੂੰ ਕਹਿੰਦੇ ਮੈਡੀਸਿਨ, ਠੀਕ ਹੈ? ਤੁਹਾਡੇ ਘਰਾਂ ਵਿੱਚ ਹੁੰਦੀ ਹੋਏਗੀ ਨਾ, ਕੋਈ ਵੀ ਮੈਡੀਸਿਨ ਹੋਵੇ। ਹੁਣ ਆਪਾਂ ਕੀ ਦੇਖਦੇ ਹਾਂ, ਜਿਹਦੇ ਅੰਦਰ ਇੱਕ ਗੋਲੀ ਹੁੰਦੀ ਹੈ ਤੇ ਸਾਡੇ ਲਈ ਜਿੱਦਾਂ ਡਿਸਪਲਿਨ ਹੋ ਗਈ, ਕ੍ਰੋਸਿਨ ਹੋ ਗਈ, ਸੈਰੀਡੋਨ ਹੋ ਗਈ, ਆਪਣੇ ਹੱਥ 'ਚ ਇੱਕ ਮੈਡੀਸਿਨ ਆਉਂਦੀ ਹੈ ਤੇ ਆਪਾਂ ਉਹ ਖਾ ਲੈਂਦੇ ਹਾਂ ਤੇ ਸਾਨੂੰ ਹੁੰਦਾ ਕਿ ਬੁਖਾਰ ਠੀਕ ਹੋ ਗਿਆ, ਸਿਰ ਦਰਦ ਠੀਕ ਹੋ ਗਿਆ। ਪਰ ਕਦੇ ਧਿਆਨ ਨਾਲ ਦੇਖਿਓ, ਇਸ ਪੱਤੇ ਦੇ ਉੱਤੇ ਲਿਖਿਆ ਹੁੰਦਾ ਕਿ ਇਹਦੇ ਵਿੱਚ ਕੀ ਕੀ ਚੀਜ਼ਾਂ ਹੈਗੀਆਂ, ਕਿੰਨੇ ਸੋਲਟਸ ਹੈਗੇ ਨੇ। ਪਤਾ ਨਹੀਂ ਆਪਾਂ ਕਦੇ ਧਿਆਨ ਦਿੱਤਾ ਹੋਵੇ ਜਾਂ ਨਾ ਦਿੱਤਾ ਹੋਵੇ, ਪਰ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਪਰ ਹੁਣ ਜਿੱਦਾਂ ਇਹ ਮੇਰੇ ਕੋਲ ਇੱਕ ਮੈਡੀਸਿਨ ਹੈ, ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ। ਹੁਣ ਜੇਕਰ ਮੈਂ ਇਸ ਗੋਲੀ ਨੂੰ ਕੱਢਾਂ, ਸ਼ਾਇਦ ਤੁਸੀਂ ਦੇਖ ਸਕਦੇ ਹੋ, ਉਹ ਛੋਟੀ ਗੋਲੀ ਹੈ ਨਾ, ਇੱਕ ਛੋਟੀ ਜਿਹੀ ਗੋਲੀ, ਪਰ ਇਹਦੇ ਅੰਦਰ 11 ਸੋਲਟ ਨੇ, 11 ਚੀਜ਼ਾਂ ਨੇ ਇਹਦੇ ਅੰਦਰ, ਇਸ ਦਵਾਈ ਦੇ ਅੰਦਰ। ਕੀ ਕੋਈ ਲੱਭ ਸਕਦਾ ਇਹਦੇ ਅੰਦਰ ਉਹ ਕਿਹੜੀਆਂ ਕਿਹੜੀਆਂ 11 ਚੀਜ਼ਾਂ ਹੋਣਗੀਆਂ? ਇੱਕ ਛੋਟੀ ਜਿਹੀ ਗੋਲੀ ਹੈ। ਕੋਈ ਵੀ ਗੋਲੀ ਹੋਵੇ, ਮੰਨ ਲਓ ਐਸਪਰੀਨ ਹੈ, ਕੋਈ ਵੀ ਮੈਡੀਸਿਨ ਹੈ, ਹਰ ਇੱਕ ਮੈਡੀਸਿਨ ਦੇ ਕਨਸਟੀਟਿਊਟ ਐਲੀਮੈਂਟ ਹੁੰਦੇ ਨੇ ਤੇ ਸਾਡੇ ਕੋਲ ਆਉਂਦੀ ਹੈ ਗੋਲੀ ਤੇ ਸਾਨੂੰ ਉਹਦਾ ਅਸਰ ਮਿਲ ਜਾਂਦਾ ਹੈ। ਹੁਣ ਹੁੰਦਾ ਕੀ ਹੈ, ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਨੇ ਜਿਹਨੂੰ ਅਸੀਂ ਫਾਈਨਲ ਪ੍ਰੋਡਕਟ ਦੇਖਦੇ ਹਾਂ, ਪਰ ਉਹਦੇ ਅੰਦਰ ਕੀ ਕੀ ਹੈ ਉਹਦੇ ਬਾਰੇ ਅਸੀਂ ਚੰਗੀ ਤਰ੍ਹਾਂ ਸ਼ਾਇਦ ਕਦੇ ਸੋਚਦੇ ਨਹੀਂ ਆ, ਜਾਂ ਫਿਰ ਸਾਨੂੰ ਕੁਝ ਪਤਾ ਨਹੀਂ ਹੁੰਦਾ। ਚਾਹ ਮੇਰੇ ਖਿਆਲ ਨਾਲ ਸਾਰੇ ਹੀ ਪੀਂਦੇ ਹੋਣਗੇ ਨਾ। ਪਾਣੀ ਗਰਮ ਕਰਦੇ ਹੋ, ਚੀਨੀ ਪਾਉਂਦੇ ਹੋ, ਚਾਹ ਪੱਤੀ ਪਾਉਂਦੇ ਹੋ, ਦੁੱਧ ਪਾਉਂਦੇ ਹੋ, ਕਈ ਇਲਾਇਚੀ ਪਾ ਲੈਂਦੇ ਨੇ, ਅਦਰਕ ਪਾ ਲੈਂਦੇ ਨੇ। ਜਦੋਂ ਇੱਕ ਵਾਰ ਚਾਹ ਬਣ ਜਾਂਦੀ ਹੈ, ਕੀ ਤੁਸੀਂ ਚੀਨੀ ਨੂੰ ਚਾਹ ਵਿੱਚੋਂ ਵੱਖਰੀ ਕਰ ਸਕਦੇ ਹੋ? ਕੋਈ ਹੈ ਸਾਇੰਟਿਸਟ ਚੀਨੀ ਨੂੰ ਚਾਹ ਵਿੱਚੋਂ ਵੱਖਰਾ ਕਰ ਦੇਵੇ, ਜਾਂ ਪਾਣੀ ਨੂੰ ਚਾਹ ਵਿੱਚੋਂ ਵੱਖਰਾ ਕਰ ਦੋ, ਜਾਂ ਚਾਹ ਪੱਤੀ ਜਿਹੜੀ ਤੁਸੀਂ ਪਾਈ ਉਹਦਾ ਰਸ ਨਿਕਲਿਆ ਤੇ ਉਹ ਜਿਹੜੀ ਚਾਹ ਪੱਤੀ ਦਾ ਰਸ ਉਹਦੇ ਅੰਦਰ ਹੈ, ਕੀ ਤੁਸੀਂ ਉਹਨੂੰ ਚਾਹ ਚੋਂ ਬਾਹਰ ਕੱਢ ਸਕਦੇ ਹੋ? ਦੁੱਧ ਵਿੱਚ ਪੈ ਗਿਆ, ਚਾਹ ਬਣ ਗਈ, ਕਿ ਉਹ ਦੁੱਧ ਨੂੰ ਬਾਹਰ ਕੱਢ ਸਕਦੇ ਹੋ? ਉਹ ਸਭ ਚੀਜ਼ਾਂ ਉਹ ਚਾਹ ਦੇ ਵਿੱਚ ਨੇ। ਉਹ ਚਾਹ ਕਿਉਂ ਹੈ? ਕਿਉਂਕਿ ਉਹਦੇ ਵਿੱਚ ਚੀਜ਼ਾਂ ਨੇ, ਪਰ ਤੁਸੀਂ ਉਸ ਹਰੇਕ ਚੀਜ਼ ਨੂੰ ਹੁਣ ਵੱਖਰਾ ਨਹੀਂ ਕਰ ਸਕਦੇ, ਉਸ ਚਾਹ ਦਾ ਹਿੱਸਾ ਬਣ ਚੁੱਕਿਆ ਹੈ। ਤੇ ਅੱਜ ਮੈਂ ਤੁਹਾਡੇ ਨਾਲ ਜੋ ਵਿਚਾਰ ਸਾਂਝਾ ਕਰਨ ਜਾ ਰਿਹਾ ਉਹ ਹੈ ਪਾਕ ਯੂਕਰਿਸਤ ਦੇ ਬਾਰੇ। ਮੈਨੂੰ ਯਾਦ ਹੈ ਬਹੁਤ, ਜਦੋਂ ਅੱਜ ਮੈਂ ਫਾਦਰ ਬਣਿਆ ਸੀ, ਮੈਂ ਆਪਣੇ ਇੱਕ ਬਹੁਤ ਕਲੋਜ਼ ਫੈਮਿਲੀ ਸੀਗੀ, ਉਹਨਾਂ ਦੇ ਇੱਕ ਫੈਮਿਲੀ ਫੰਕਸ਼ਨ ਲਈ ਗਿਆ। ਤੇ ਜਦੋਂ ਮੈਂ ਫੈਮਿਲੀ ਫੰਕਸ਼ਨ ਲਈ ਗਿਆ, ਮੈਂ ਨਾਰਮਲ ਡਰੈਸ 'ਚ ਸੀਗਾ, ਕੈਸਟ ਨਹੀਂ ਪਾਇਆ ਸੀ। ਜਸਟ ਮੈਂ ਪਹੁੰਚਿਆ, ਚਾਹ ਪਾਣੀ ਪੀਤਾ ਤੇ ਅਜੇ ਉਸੇ ਉੱਤੇ ਬੈਠੇ ਸੀ ਤੇ ਉਹਨਾਂ ਦੇ ਰਿਸ਼ਤੇਦਾਰ ਸੀ ਤੇ ਉਹਨਾਂ ਵਿੱਚੋਂ ਕੋਈ ਖੁਦਾ ਦਾ ਸੇਵਕ ਵੀ ਸੀ, ਪਾਸਟਰ ਸਾਹਿਬ ਸੀ ਤੇ ਉਹ ਨਾਲ ਬੈਠੇ ਸੀ, ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਮੈਂ ਪ੍ਰੀਸਟ ਹਾਂ। ਤੇ ਮੈਨੂੰ ਏਦਾਂ ਬੈਠੇ ਹੋਏ ਕਹਿੰਦੇ, ਭਾਜੀ ਤੁਸੀਂ ਮਸੀਹ ਵਿੱਚ ਹੋ? ਮੈਂ ਕਿਹਾ ਹਾਂਜੀ। ਕਹਿੰਦੇ ਮੈਂ ਵੀ ਮਸੀਹ ਵਿੱਚ ਹਾਂ। ਮੈਂ ਕਿਹਾ ਬਹੁਤ ਵਧੀਆ ਗੱਲ ਹੈ। ਕਹਿੰਦਾ ਕੀ ਤੁਸੀਂ ਯਿਸੂ ਲੱਭ ਲਿਆ? ਮੈਂ ਕਿਹਾ ਮੇਰਾ ਤਾਂ ਕਦੇ ਗੁਆਚਿਆ ਹੀ ਨਹੀਂ ਸੀ। ਕਹਿੰਦਾ ਕਿਉਂ? ਮੈਂ ਕਿਉਂਕਿ ਮੈਂ ਕੈਥਲਿਕ ਹਾਂ। ਮੈਂ ਕਿਹਾ ਦੂਸਰੀ ਚੀਜ਼, ਮੈਂ ਯਿਸੂ ਨੂੰ ਹਰ ਰੋਜ਼ ਮਿਲਦਾ ਵਾਂ। ਕਹਿੰਦਾ ਭਾਜੀ ਉਹ ਕਿੱਦਾਂ? ਮੈਂ ਕਿਉਂਕਿ ਮੈਂ ਪ੍ਰੋਹਿਤ ਹਾਂ। ਕਹਿੰਦਾ ਉਹਨੂੰ ਫਿਰ ਵੀ ਸਮਝ ਨਹੀਂ ਆਈ। ਕਹਿੰਦਾ ਉਹ ਕਿੱਦਾਂ? ਕਹਿੰਦਾ ਪ੍ਰਚਾਰਕ ਤਾਂ ਮੈਂ ਵੀ ਹਾਂ। ਮੈਂ ਕਿਹਾ ਮੈਂ ਹਰ ਦਿਨ ਯਿਸੂ ਨੂੰ ਮਿਲਦਾ, ਜਦੋਂ ਮੈਂ ਪਾਕਮਾਸ ਚੜਾਉਣਾ ਨਾ, ਉਹਦਾ ਬਦਨ ਅਤੇ ਲਹੂ ਮੇਰੇ ਨੇ ਹੱਥਾਂ ਵਿੱਚ ਹੁੰਦਾ ਵਾ ਤੇ ਮੈਨੂੰ ਕਿਤੇ ਵੀ ਉਹਨੂੰ ਲੱਭਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਸਨੇ ਇੱਕ ਅਜਿਹਾ ਮੇਰੇ ਲਈ ਨੇਮ ਬਣ ਛੱਡਿਆ ਹੈ ਕਿ ਜਦੋਂ ਵੀ ਇੱਕ ਆਮ ਰੋਗੀ ਨੂੰ ਕਹਿੰਦਾ ਕਿ ਇਹ ਮੇਰਾ ਸਰੀਰ ਹੈ, ਉਹ ਉਹਦਾ ਸਰੀਰ ਬਣ ਜਾਂਦਾ ਹੈ। ਇਸ ਲਈ ਮੈਂ ਉਹਨੂੰ ਲੱਭਣ ਲਈ ਕਿਤੇ ਦੂਰ ਨਹੀਂ ਜਾਂਦਾ ਕਿ ਯਿਸੂ ਮੈਨੂੰ ਲੱਭ ਜਾਵੇ, ਯਿਸੂ ਮੈਨੂੰ ਲੱਭ ਜਾਵੇ। ਮੇਰਾ ਯਿਸੂ ਹਰ ਦਿਨ ਮੇਰੇ ਲਈ ਉਸ ਪਾਕ ਅਲਤਾਰ ਤੇ ਕੁਰਬਾਨ ਹੁੰਦਾ ਹੈ ਅਤੇ ਜਦੋਂ ਵੀ ਮੈਂ ਵਿਸ਼ਵਾਸ ਨਾਲ ਉਹਨੂੰ ਕਬੂਲਦਾ ਹਾਂ, ਉਹ ਮੇਰੇ ਅੰਦਰ ਆ ਕੇ ਕੀ ਕਰਦਾ ਹੈ? ਵਾਸ ਕਰਦਾ ਹੈ। ਇਸੇ ਪਿਆਰਿਓ, ਪਾਕ ਯੂਕਰਿਸਤ ਦਾ ਜੋ ਇੱਕ ਭੇਦ ਹੈ, ਜੇਕਰ ਇਸ ਨੂੰ ਅਸੀਂ ਇੱਕਦਮ ਕਨਫਿਊਜ਼ਨ ਵਿੱਚ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਇੱਕ ਭੇਦ ਹੀ ਰਹੇਗਾ, ਇਹਨੂੰ ਕਦੇ ਲੱਭ ਨਹੀਂ ਪਾਉਂਗੇ, ਕਦੇ ਹਾਸਲ ਨਹੀਂ ਕਰ ਪਾਉਂਗੇ। ਪਰ ਜੇਕਰ ਉਸ ਨੂੰ ਸਿੰਪਲਿਸਿਟੀ ਵਿੱਚ ਹਾਸਲ ਕਰਨ ਦੀ ਕੋਸ਼ਿਸ਼ ਕਰੋਗੇ
ਤਾਂ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਸੀਂ ਹਰ ਦਿਨ ਹਰ ਰੋਜ਼ ਆਪਣੇ ਯੀਸ਼ੂ ਦੇ ਨਾਲ ਜੀ ਰਹੇ ਹੋ। ਜਦੋਂ ਇਸ ਤੋਂ ਮੀਟਿੰਗ ਤੋਂ ਬਾਅਦ ਤੁਹਾਨੂੰ ਟਾਈਮ ਮਿਲੇ ਤਾਂ ਤੁਸੀਂ ਜ਼ਰੂਰ ਪੜ੍ਹਨਾ ਹੈ ਸੰਤ यूहन्ना ਦੀ ਅੰਜੀਲ ਉਹਦਾ 6 ਬਾਬ ਦੀ 53 ਐਤ। ਸੰਤ यूहन्ना ਦੀ ਅੰਜੀਲ 6 ਬਾਬ ਦੀ 53 ਐਤ। ਉਹਦੇ ਵਿੱਚ ਪ੍ਰਭੂ ਕਹਿੰਦੇ ਨੇ ਕਿ ਮੈਂ ਸੱਚ ਸੱਚ ਤੁਹਾਨੂੰ ਕਹਿੰਦਾ ਹਾਂ ਕਿ ਜਦ ਤੱਕ ਤੁਸੀਂ ਮੇਰਾ ਮਾंस नहीं ਖਾਂਦੇ, ਮੇਰਾ ਲਹੂ ਨਹੀਂ ਪੀਂਦੇ, ਤੁਹਾਡੇ ਵਿੱਚ ਜੀਵਨ ਨਹੀਂ ਹੈ। ਪ੍ਰਭੂ ਕੀ ਕਹਿੰਦਾ ਕਿ ਜਦ ਤੱਕ ਤੁਸੀਂ ਮੇਰਾ ਮਾंस ਨਹੀਂ ਖਾਂਦੇ, ਮੇਰਾ ਲਹੂ ਨਹੀਂ ਪੀਂਦੇ, ਤੁਹਾਡੇ ਵਿੱਚ ਜੀਵਨ ਨਹੀਂ ਹੈ। ਹੁਣ ਅਸੀਂ ਸਮਝਣਾ ਹੈ ਕਿ ਪ੍ਰਭੂ ਨੇ ਇਸ ਮਾंस ਅਤੇ ਲਹੂ ਦੇ ਬਾਰੇ ਕਿਉਂ ਕਿਹਾ। ਜੇਕਰ ਉਸ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਤਾਂ ਤੁਹਾਨੂੰ ਪੁਰਾਣੇ ਨਿਯਮ ਦੇ ਵਿੱਚ ਜਾਣਾ ਪਏਗਾ। ਪੁਰਾਣੇ ਨਿਯਮ ਵਿੱਚ ਤੁਸੀਂ ਅਗਰ ਪੜੋ ਤੇ ਖਾਸ ਤੌਰ ਤੇ ਕੂਚ ਦਾ ਗ੍ਰੰਥ ਪੜ੍ਹਦੇ ਆ, ਉਹਦੇ ਵਿੱਚ ਕੀ ਸੀਗਾ ਕਿ ਜਦੋਂ ਉਸਦੇ ਲੋਕਾਂ ਨੇ, ਪ੍ਰਭੂ ਦੇ ਲੋਕਾਂ ਨੇ ਵਿਦਰੋਹ ਕਰਨਾ ਸ਼ੁਰੂ ਕਰ ਦਿੱਤਾ ਤੇ ਕਈ ਵਾਰ ਖੁਦਾ ਨੇ ਉਹਨਾਂ ਉੱਤੇ ਵਿਪਤਾਵਾਂ ਭੇਜੀਆਂ। ਇਹ ਵਿਪਤਾਵਾਂ ਆਉਣ ਦੇ ਨਾਲ ਕੀ ਹੋਇਆ ਕਿ ਲੋਕ ਡਰ ਜਾਂਦੇ ਸਨ ਤੇ ਫਿਰ ਮੂਸਾ ਨੂੰ ਕਹਿੰਦੇ ਸਨ ਕਿ ਸਾਡੇ ਦੁਹਾ ਕਰ, ਕੋਈ ਦੁਹਾਈ ਦੇ ਖੁਦਾ ਦੇਗੇ ਤਾਂ ਕਿ ਅਸੀਂ ਬਚ ਜਾਈਏ। ਤੇ ਫਿਰ ਮੂਸਾ ਨਬੀ ਫਿਰ ਆਪਣੇ ਲੋਕਾਂ ਲਈ ਕਹਿੰਦਾ ਹੈ ਕਿ ਖੁਦਾ ਕਰ, ਕਿਉਂਕਿ ਇਹਨੂੰ ਨਹੀਂ ਪਤਾ। ਤੇ ਪ੍ਰਭੂ ਕਹਿੰਦਾ ਕਿ ਜਾ ਕੇ ਇਹਨਾਂ ਨੂੰ ਸਮਝਾ ਕਿ ਮੈਂ ਹੀ ਜਿੰਦਾ ਖੁਦਾ ਵਾਂ, ਮੇਰੇ ਤੋਂ ਇਲਾਵਾ ਕੋਈ ਜਿੰਦਾ ਖੁਦਾ ਨਹੀਂ ਹੈ। ਤੇ ਉਹ ਜਾਂਦਾ ਉਹਨਾਂ ਨੂੰ ਸਮਝਾਉਂਦਾ ਤੇ ਲੋਕੀ ਕਹਿੰਦੇ ਕਿ ਠੀਕ ਹੈ, ਅੱਜ ਤੋਂ ਅਸੀਂ ਆਪਣੇ ਯਹੋਵਾ ਤੋਂ ਸਿਵਾ ਕਿਸੇ ਦੇ ਅੱਗੇ ਆਪਣੇ ਸਿਰਾਂ ਨੂੰ ਨਹੀਂ ਝੁਕਾਵਾਂਗੇ। ਇਸ ਦੇ ਬਾਰੇ ਤੁਸੀਂ ਪੜੋਗੇ ਕੂਚ ਦਾ ਗ੍ਰੰਥ 24 ਬਾਬ ਦੀ 8 ਐਤ ਦੇ ਵਿੱਚ। ਜਦੋਂ ਲੋਕਾਂ ਨੇ ਸਭ ਕੁਝ ਮੰਨ ਲਿਆ ਕਿ ਅਸੀਂ ਸਭ ਕੁਝ ਕਰਾਂਗੇ ਜੋ ਖੁਦਾ ਸਾਨੂੰ ਕਹਿ ਰਿਹਾ ਹੈ, ਤੇ ਮੂਸਾ ਨਬੀ ਨੇ ਕੀ ਕੀਤਾ, ਉਸਨੇ ਇੱਕ ਬਰਤਨ ਲਿਆ, ਚ ਲਹੂ ਸੀ, ਤੇ ਉਸਨੂੰ ਕਿਹਾ ਕਿ ਇਹ ਉਸਦੇ ਲਹੂ ਦਾ ਪ੍ਰਗਟਾਵਾ ਹੈ, ਨਿਸ਼ਾਨ ਹੈ, ਤੇ ਉਹਨਾਂ ਸਾਰਿਆਂ ਉੱਤੇ ਛਿੜਕ ਦਿੱਤਾ। ਤੇ ਉਹਦੇ ਕੀ ਹੋਇਆ ਕਿ ਉਹ ਸਾਰੇ ਲੋਕਾਂ ਦੇ ਉੱਤੇ ਖੁਦਾ ਦਾ ਜੋ ਫਜ਼ਲ ਸੀ, ਉਹਦੀ ਜੋ ਸੁਰੱਖਿਆ ਉਹ ਕਾਇਮ ਹੋ ਗਈ। ਹੁਣ ਉਸ ਤੋਂ ਬਾਅਦ ਕਈ ਲੋਕਾਂ ਨੇ, ਜੇਕਰ ਤੁਸੀਂ ਪੁਰਾਣਾ ਨਿਯਮ ਪੜੋਗੇ ਤੇ ਬਹੁਤ ਸਾਰੇ ਲੋਕਾਂ ਨੇ, ਬੜੇ ਨਬੀਆਂ ਨੇ ਬਲੀਆਂ ਚੜਾਈਆਂ, ਤੇ ਬਲੀਆਂ ਖਾਧੀਆਂ ਸੀ, ਜਾਨਵਰਾਂ ਦੀ ਬਲੀਆਂ ਹੁੰਦੀਆਂ ਸੀ। ਕਿਸੇ ਨੇ ਘੁੱਗੀਆਂ ਦਾ ਜੋੜਾ ਚੜਾਤਾ, ਕਿਸੇ ਨੇ ਬਲਦ ਦੀ ਕੁਰਬਾਨੀ ਦੇ ਦਿੱਤੀ। तो ਕੀ ਕਰਦੇ ਸੀ, ਉਹ ਜੋ ਲਹੂ ਸੀ ਉਸ ਨੂੰ ਚੜਾਉਂਦੇ ਸੀ ਅੱਗੇ ਅਲਤਾਰ ਤੇ, ਇਹ ਸੋਚ ਕੇ ਕਿ ਸ਼ਾਇਦ ਇਹਦੇ ਨਾਲ ਸਾਨੂੰ ਮੁਕਤੀ ਮਿਲੇਗੀ। ਹੁਣ ਉਹਨਾਂ ਦਾ ਇਹ ਸੋਚਣ ਦਾ ਵੀ ਇੱਕ ਠੋਸ ਕਾਰਨ ਇਹ ਸੀਗਾ ਕਿ ਜਦੋਂ ਅਸੀਂ ਲੇਵੀਆਂ ਦੀ ਕਿਤਾਬ ਪੜ੍ਹਦੇ ਹਾਂ, ਉਹਦਾ 17 ਬਾਬ ਦੀ 11 ਐਤ, ਉਹਦੇ ਵਿੱਚ ਵੀ ਦੱਸਿਆ ਹੈ ਕਿ ਜੋ ਮਾंस ਦਾ ਜੀਵਨ ਹੈ ਉਹ ਲਹੂ ਦੇ ਵਿੱਚ ਹੈ। ਇਸ ਲਈ ਮੈਂ ਆਗਿਆ ਦਿੰਦਾ ਕਿ ਤੁਹਾਡੀ ਕੁਰਬਾਨੀ ਦੇ ਲਈ ਅਲਤਾਰ ਉੱਤੇ ਲਹੂ ਦਾ ਵਹਾਇਆ ਜਾਣਾ ਬਹੁਤ ਜ਼ਰੂਰੀ ਹੈ। ਹੁਣ ਪੁਰਾਣੇ ਨਿਯਮ ਦੇ ਵਿੱਚ ਜੋ ਖੁਦਾ ਨੇ ਕਿਹਾ ਸੀ, ਉਹ ਇਸ ਲਈ ਕਿਹਾ ਸੀ ਤਾਂ ਕਿ ਮਨੁੱਖ ਜਾਤੀ ਨੂੰ ਸੰਪੂਰਨ ਤੌਰ ਤੇ ਗੁਨਾਹਾਂ ਤੋਂ ਆਜ਼ਾਦ ਕਰਨ ਲਈ ਇੱਕ ਕੁਰਬਾਨੀ ਚੜਾਈ ਜਾਏਗੀ। ਇਹ ਕੁਰਬਾਨੀ ਕਿਹਦੀ ਸੀ? ਪ੍ਰਭੂ ਯਿਸੂ ਮਸੀਹ ਦੀ। ਪਰ ਲੋਕਾਂ ਨੇ ਸੋਚਿਆ ਕਿ ਸ਼ਾਇਦ ਅਸੀਂ ਜਾਨਵਰਾਂ ਦੀ ਬਲੀ ਚੜਾ ਕੇ ਆਪਣੇ ਆਪ ਨੂੰ ਗੁਨਾਹਾਂ ਤੋਂ ਬਚਾ ਲਵਾਂਗੇ। ਪਰ ਜੋ ਗੁਨਾਹ ਮਨੁੱਖ ਤੋਂ ਹੋਇਆ ਹੈ, ਮਨੁੱਖ ਸ੍ਰਿਸ਼ਟੀ ਦੀ ਸਭ ਤੋਂ ਉੱਤਮ ਰਚਨਾ ਹੈ। ਹੁਣ ਜੋ ਜਾਨਵਰ ਉਸ ਤੋਂ ਥੱਲੇ ਨੇ, ਹੁਣ ਤੇ ਜੇਕਰ ਇਸ ਮਨੁੱਖ ਨੇ ਗੁਨਾਹ ਕੀਤਾ ਹੈ ਤਾਂ ਇਸ ਦੇ ਪਾਪਾਂ ਦੀ ਮਾਫੀ ਜਾਨਵਰ ਦਾ ਲਹੂ ਕਦੇ ਹਾਸਲ ਨਹੀਂ ਕਰ ਸਕਦਾ। ਪਰ ਲੋਕੀ ਉਸੇ ਚੀਜ਼ ਵਿੱਚ ਸੀ ਕਿ ਸ਼ਾਇਦ ਅਸੀਂ ਇਹਨਾਂ ਜਾਨਵਰਾਂ ਦੀ ਬਲੀ ਚੜਾ ਕੇ, ਲਹੂ ਦਾ ਅਲਤਾਰ ਤੇ ਚੜਾ ਕੇ ਸ਼ਾਇਦ ਅਸੀਂ ਗੁਨਾਹਾਂ ਤੋਂ ਬਚ ਸਕਾਂਗੇ। ਤੇ ਯਹੂਦੀ ਲੋਕ ਅੱਜ ਵੀ ਇਹੀ ਕਰਦੇ ਨੇ, ਕੁਰਬਾਨੀਆਂ ਚੜਾਉਂਦੇ ਸੋਚ ਕੇ ਕਿ ਸ਼ਾਇਦ ਉਸ ਲਹੂ ਤੋਂ ਅਸੀਂ ਬਚ ਜਾਵਾਂਗੇ। ਪਰ ਜਦੋਂ ਮੂਸਾ ਨਬੀ ਉਹਨਾਂ ਉੱਤੇ ਲਹੂ ਛਿੜਕਦਾ ਤੇ ਕਹਿੰਦੇ ਕਿ ਨੇਮ ਦਾ ਆਧਾਰ ਹੈ, ਨਵਾਂ ਇਹ ਨੇਮ ਬਣ ਰਿਹਾ ਵਾ ਕਿ ਇਸ ਤੋਂ ਬਾਅਦ ਕੀ ਹੋਏਗਾ ਕਿ ਤੁਸੀਂ ਖੁਦਾ ਦੇ ਫਜ਼ਲ ਤੋਂ ਕਦੇ ਵੀ ਦੂਰ ਨਹੀਂ ਜਾਓਗੇ, ਤੁਸੀਂ ਖੁਦਾ ਦੇ ਨਾਂ ਦੇ ਵਿੱਚ ਸੁਰੱਖਿਅਤ ਹੋ। ਤੇ ਇਸ ਦਾ ਆਧਾਰ ਜਦੋਂ ਉਹਨਾਂ ਨੇ ਇਹ ਵੀ ਸੁਣਿਆ ਕਿ ਲਹੂ ਦਾ ਅਲਤਾਰ ਤੇ ਵਹਾਇਆ ਜਾਣਾ ਬਹੁਤ ਜ਼ਰੂਰੀ ਹੈ, ਫਿਰ ਉਹਨਾਂ ਦਾ ਮਨ ਇੱਕਦਮ ਸੈੱਟ ਹੋ ਗਿਆ ਕਿ ਜਾਨਵਰ ਕੁਰਬਾਨ ਕਰ ਦਈਏ ਤੇ ਅਸੀਂ ਬਚ ਜਾਵਾਂਗੇ। ਪਰ ਪਿਆਰਿਓ, ਜੋ ਗੁਨਾਹ ਖੁਦਾ ਦੀ ਮਰਜ਼ੀ ਦੇ ਖਿਲਾਫ ਹੋਇਆ ਹੈ, ਜੋ ਮਨੁੱਖ ਨੇ ਕੀਤਾ ਹੈ, ਉਸ ਦੀ ਮਾਫੀ ਕੋਈ ਜਾਨਵਰ ਨਹੀਂ ਦਿਵਾ ਸਕਦਾ ਸੀ। ਇਸ ਲਈ ਖੁਦਾ ਦਾ ਸ਼ਬਦ, ਜੇਕਰ ਤੁਹਾਨੂੰ ਪਿਛਲਾ ਟੌਕ ਯਾਦ ਹੈ, ਤੇ ਖੁਦਾ ਦਾ ਸ਼ਬਦ ਦੇਹਧਾਰੀ ਹੋਇਆ, ਉਸਨੇ ਸਾਡੇ ਵਿੱਚ ਡੇਰਾ ਲਾਇਆ ਅਤੇ ਅਸਾਂ ਸਾਰਿਆਂ ਨੂੰ ਗੁਨਾਹਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ ਹੈ।
ਹੁਣ ਇੱਕ ਨਵੀਂ ਕੁਰਬਾਨੀ ਚੜਾਈ ਜਾਂਦੀ ਹੈ। ਨਵੀਂ ਕੁਰਬਾਨੀ ਕੀ ਹੈ? ਅਲਤਾਰ ਤੇ ਲਹੂ ਵਹਾਇਆ ਜਾਂਦਾ ਹੈ, ਤੇ ਲਹੂ ਕਿਹਦਾ ਹੈ? ਪ੍ਰਭੂ ਯਿਸੂ ਮਸੀਹ ਦਾ। ਉਸ ਕਲਵਰੀ ਪਹਾੜ ਉੱਤੇ ਜਦੋਂ ਉਸਨੇ ਆਪਣੇ ਖੂਨ ਦਾ ਆਖਰੀ ਤੁਪਕਾ ਤੱਕ ਬਹਾ ਦਿੱਤਾ, ਉਹ ਲਹੂ ਸੀ ਜਿਸ ਦੇ ਬਾਰੇ ਪੁਰਾਣੇ ਨਿਯਮ ਦੇ ਵਿੱਚ ਦੱਸਿਆ ਗਿਆ ਕਿ ਅਲਤਾਰ ਦੇ ਉੱਤੇ ਲਹੂ ਦਾ ਵਹਾਇਆ ਜਾਣਾ ਜ਼ਰੂਰੀ ਹੈ ਤਾਂ ਕਿ ਤੁਹਾਡੇ ਪਾਪਾਂ ਦੀ ਮਾਫੀ ਮਿਲ ਸਕੇ। ਅਤੇ ਉਹ ਲਹੂ ਸੀ ਪ੍ਰਭੂ ਯਿਸੂ ਮਸੀਹ ਦਾ, ਤੇ ਅਲਤਾਰ ਸੀ ਕਲਵਰੀ ਪਹਾੜ ਦੀ ਅਲਤਾਰ। ਹੁਣ ਪ੍ਰਭੂ ਨਹੀਂ ਚਾਹੁੰਦਾ ਸੀ ਕਿ ਉਹਦੀ ਜੋ ਸਿਰਜਣਾ ਹੈ ਇਸ ਭੇਦ ਤੋਂ ਦੂਰ ਹੋਵੇ, ਤੇ ਉਸਨੇ ਕੀ ਕੀਤਾ? ਜਦੋਂ ਆਖਰੀ ਭੋਜ ਸੀਗਾ, ਆਪਣੇ ਚੇਲਿਆਂ ਨੂੰ ਇਕੱਠਿਆ ਕੀਤਾ, ਆਖਰੀ ਭੋਜ ਕਰ ਰਹੇ ਸਨ, ਤੇ ਸਾਨੂੰ ਸਾਰਿਆਂ ਨੂੰ ਯਾਦ ਹੈ ਪ੍ਰਭੂ ਨੇ ਕੀ ਕੀਤਾ? ਰੋਟੀ ਲਈ ਤੇ ਉਹਨਾਂ ਨੂੰ ਕਿਹਾ ਕਿ ਆ ਕੀ ਹੈ? ਆ ਮੇਰਾ, ਇਸ ਰੋਟੀ ਨੂੰ ਲਓ ਅਤੇ ਖਾਓ। ਇਹ ਕੀ ਹੈ? ਇਹ ਮੇਰਾ ਸਰੀਰ ਹੈ। ਇਹ ਮੇਰਾ ਕੀ ਹੈ? ਸਰੀਰ ਹੈ। ਇਹ ਮੇਰਾ ਲਹੂ ਹੈ ਜੋ ਤੁਹਾਡੇ ਲਈ ਵਹਾਇਆ ਜਾਵੇਗਾ। ਇਹ ਹੈ ਲਹੂ ਦਾ ਪਿਆਲਾ, ਨਵੇਂ ਨਿਯਮ ਦਾ ਲਹੂ, ਜੋ ਤੁਹਾਡੇ ਅਤੇ ਸਾਰਿਆਂ ਦੇ ਗੁਨਾਹਾਂ ਦੇ ਲਈ ਵਹਾਇਆ ਜਾਵੇਗਾ। ਮੇਰੀ ਯਾਦ ਦੇ ਵਿੱਚ ਇਹ ਕਰਿਆ ਕਰੋ। ਮੇਰੀ ਯਾਦ ਵਿੱਚ ਕੀ ਕਰਨਾ ਹੈ? ਇਸ ਨੂੰ ਤੁਸੀਂ ਕਰਨਾ ਹੈ। ਉਹ ਭੇਦ ਹੈ ਪਾਕ ਯੂਕਰਿਸਤ। ਆਪਾਂ ਹਰ ਰੋਜ਼ ਜਾਂ ਜਦੋਂ ਵੀ ਅਸੀਂ ਪਾਕਮਾਜ਼ ਦੀ ਕੁਰਬਾਨੀ ਵਿੱਚ ਹਿੱਸਾ ਲੈਂਦੇ ਹਾਂ, ਤੇ ਕੀ ਹੁੰਦਾ ਹੈ? ਉਤਪਤ ਦੇ ਗ੍ਰੰਥ ਦੇ ਵਿੱਚ ਅਸੀਂ ਗੁਨਾਹ ਕੀਤਾ, ਮਨੁੱਖ ਜਾਤੀ ਨੇ ਗੁਨਾਹ ਕੀਤਾ, ਪਾਪਾਂ ਦੀ ਸਜ਼ਾ ਆਈ। ਹੁਣ ਉਸ ਪਾਪਾਂ ਦੀ ਸਜ਼ਾ ਪੁਰਾਣਾ ਨਿਯਮ ਕਹਿੰਦਾ ਹੈ ਕਿ ਲਹੂ ਦੇ ਵਹਾਏ ਜਾਣ ਦੇ ਦੁਆਰਾ ਹੀ ਮਾਫ ਹੋਵੇਗੀ। ਹੁਣ ਇਹ ਜੋ ਲਹੂ ਕਿਸੇ ਜਾਨਵਰ ਦਾ ਨਹੀਂ ਸੀ, ਇਹ ਲਹੂ ਕਿਹਦਾ ਹੈ? ਖੁਦਾ ਪ੍ਰਭੂ ਯਿਸੂ ਮਸੀਹ ਦਾ। ਅਤੇ ਉਹ ਕਦੋਂ ਕੁਰਬਾਨ ਕਰਦਾ ਹੈ? ਜਦੋਂ ਕਲਵਰੀ ਪਹਾੜ ਉੱਤੇ ਸਲੀਬ ਉੱਤੇ ਆਪਣੇ ਆਪ ਨੂੰ ਕੁਰਬਾਨ ਕਰਦਾ ਹੈ। ਅਤੇ ਉਹ ਜੋ ਕੁਰਬਾਨੀ ਦਾ ਫਜ਼ਲ ਸਿਰਫ ਉਸੇ ਟਾਈਮ ਖਤਮ ਨਹੀਂ ਹੁੰਦਾ, ਉਹ ਸਦੀਵਕ ਹੈ। ਤੇ ਸਦੀਵਕ ਕਿਸ ਤਰ੍ਹਾਂ ਹੈ? ਜਦੋਂ ਵੀ ਅਸੀਂ ਉਸ ਦੀ ਯਾਦ ਦੇ ਵਿੱਚ ਇਸ ਕੁਰਬਾਨੀ ਨੂੰ ਚੜਾਉਂਦੇ ਹਾਂ, ਤਦ ਪ੍ਰਭੂ ਦਾ ਫਜ਼ਲ ਸਾਡੇ ਉੱਤੇ ਕਾਇਮ ਹੁੰਦਾ ਹੈ ਤੇ ਅਸੀਂ ਉਸ ਦੇ ਵਿੱਚ ਬਚਦੇ ਹਾਂ। ਇਸੇ ਪਿਆਰਿਓ, ਇਸ ਭੇਦ ਨੂੰ ਸਮਝਣਾ ਹੀ ਨਹੀਂ, ਇਸ ਨੂੰ ਜਿਉਣਾ ਬਹੁਤ ਜ਼ਰੂਰੀ ਹੈ। ਪਹਿਲਾਂ ਵੀ ਤੁਹਾਨੂੰ ਮੈਂ ਜੋ ਪਹਿਲੀ ਟਾਕਸ ਵਿੱਚ ਵੀ ਦੱਸਿਆ ਸੀ ਕਿ ਖੁਦਾ ਦੇ ਭੇਦ ਸਿਰਫ ਜਾਣਨ ਲਈ ਨਹੀਂ ਹੈਗੇ, ਇਹ ਸਮਝਣ ਲਈ ਨੇ, ਜਿਉਣ ਦੇ ਲਈ ਨੇ, ਅਪਣਾਉਣ ਦੇ ਲਈ ਨੇ। ਪਾਕ ਯੂਕਰਿਸਤ, ਉਹ ਜੋ ਉਸਦਾ ਬਦਨ ਅਤੇ ਲਹੂ ਹੈ। ਜਦੋਂ ਇੱਕ ਰੋਟੀ, ਇੱਕ ਆਮ ਰੋਟੀ ਨੂੰ ਲੈ ਕੇ ਜਦੋਂ ਪ੍ਰਭੂ ਪ੍ਰੋਹਿਤ ਦਾ ਉਹ ਜੋ ਰੂਪ ਹੈ, ਉਹ ਪ੍ਰੋਹਿਤ ਦੇ ਵਜੂਦ ਨੂੰ ਖਤਮ ਕਰਕੇ ਪ੍ਰਭੂ ਆਪ ਉਸ ਕੁਰਬਾਨੀ ਚੜਾ ਕੇ ਕਹਿੰਦਾ ਹੈ ਇਹ ਹੈ ਮੇਰਾ ਸਰੀਰ, ਤਾਂ ਉਸ ਸਮੇਂ ਉਹ ਜੋ ਰੋਟੀ ਹੈ ਉਹ ਸਰੀਰ ਉਸਦਾ ਬਣ ਜਾਂਦੀ ਹੈ। ਜਿਸ ਤਰ੍ਹਾਂ ਤੁਹਾਨੂੰ ਉਸ ਗੋਲੀ ਬਾਰੇ ਦੱਸਿਆ, ਇਹ ਗੋਲੀ ਬਾਰੇ ਦੱਸਿਆ ਕਿੰਨਾ ਦੇ ਅੰਦਰ ਸੋਲਟ ਨੇ, ਕਿੰਨੇ ਐਲੀਮੈਂਟ ਨੇ, ਪਰ ਤੁਸੀਂ ਉਹਨੇ ਵਿੱਚ ਲੱਭ ਨਹੀਂ ਸਕਦੇ ਕਿ ਐਲੀਮੈਂਟ ਕਿੱਥੇ ਵੱਖਰਾ ਵੱਖਰਾ ਕਿੱਥੇ ਹੈ। ਇਹ ਤਾਂ ਫਿਰ ਵੀ ਇੱਕ ਦਵਾਈ ਹੈ ਜਿਸ ਨੂੰ ਮਨੁੱਖ ਨੇ ਬਣਾਇਆ। ਹੁਣ ਅਸੀਂ ਤਾਂ ਉਸ ਭੇਦ ਦੀ ਗੱਲ ਕਰ ਰਹੇ ਹਾਂ ਜਿਸ ਨੂੰ ਇੱਕ ਆਮ ਰੋਟੀ ਨੂੰ ਪ੍ਰਭੂ ਕਹਿੰਦਾ ਇਹ ਮੇਰਾ ਸਰੀਰ ਹੈ। ਤੇ ਸਾਡਾ ਵਿਸ਼ਵਾਸ ਹੈ ਜੋ ਸਾਨੂੰ ਦੱਸਦਾ ਹੈ ਕਿ ਹੁਣ ਪ੍ਰਭੂ ਦਾ ਸਰੀਰ ਹੈ, ਤੇ ਵਿੱਚ ਕੋਈ ਹੋਰ ਮਨੁੱਖੀ ਤੱਤ ਉਹਦੇ ਵਿੱਚ ਨਹੀਂ ਰਿਹਾ ਹੈ। ਇੱਕ ਆਮ ਪਿਆਲਾ, ਪਿਆਲੇ ਦੇ ਵਿੱਚ ਇੱਕ ਮੈਂ, ਉਸ ਅੰਗੂਰੀ ਮੈਂ ਨੂੰ ਪ੍ਰਭੂ ਕਹਿੰਦੇ ਕਿ ਇਹ ਮੇਰਾ ਲਹੂ ਹੈ। ਉਸ ਸਮੇਂ ਕੀ ਹੁੰਦਾ? ਲਹੂ ਦਾ ਜੋ ਵਜੂਦ ਉਸ ਅੰਗੂਰੀ ਮੈਂ ਵਿੱਚ ਆਉਂਦਾ ਹੈ, ਅੰਗੂਰੀ ਮੈਂ ਖਤਮ ਹੋ ਜਾਂਦੀ ਹੈ ਤੇ ਉੱਥੇ ਉਸਦਾ ਲਹੂ ਹਾਜ਼ਰ ਹੋ ਜਾਂਦਾ ਹੈ। ਜੇ ਅਸੀਂ ਇਸ ਭੇਦਾਂ ਉੱਤੇ ਅਟਲ ਤੌਰ ਤੇ ਵਿਸ਼ਵਾਸ ਕਰਾਂਗੇ ਤਾਂ ਅਸੀਂ ਇਸ ਭੇਦ ਨੂੰ ਹਾਸਲ ਕਰ ਸਕਾਂਗੇ, ਕਿਉਂਕਿ ਅਸੀਂ ਉਸ ਖੁਦਾ ਦੀ ਸੰਤਾਨ ਹੈ ਜਿਸ ਨੇ ਕਿਹਾ ਕਿ ਚਾਨਣ ਹੋਵੇ ਤੇ ਚਾਨਣ ਹੋ ਗਿਆ। ਕੋਈ ਕੁਛ ਨਹੀਂ ਵਿੱਚ ਹੋਇਆ ਕਿ ਇਦਾਂ ਹੋਏਗਾ ਉਦਾਂ ਹੋਏਗਾ। ਪ੍ਰਭੂ ਨੇ ਕਿਹਾ ਚਾਨਣ ਹੋਵੇ ਤੇ ਚਾਨਣ ਹੋ ਗਿਆ। ਪ੍ਰਭੂ ਨੇ ਕਿਹਾ ਇਹ ਮੇਰਾ ਸਰੀਰ ਹੈ ਤੇ ਉਹਦਾ ਸਰੀਰ ਹੋ ਗਿਆ ਹੈ। ਹੁਣ ਜੇਕਰ ਤੁਸੀਂ ਉਸ ਪਾਕ ਰੋਟੀ ਦੇ ਵਿੱਚ ਸਰੀਰ ਲੱਭੋਗੇ ਕਿ ਮਾਸ ਕਿੱਥੇ ਹੈ, ਟਿਸ਼ੂਸ ਕਿੱਥੇ ਨੇ, ਬੋਨ ਕਿੱਥੇ ਹੈ, ਤੇ ਅਸੀਂ ਕੀ ਹੈ ਫਿਰ ਮਨੁੱਖੀ ਤੌਰ ਤੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਦਕਿ ਤੁਹਾਨੂੰ ਪਤਾ ਹੈ ਜੋ ਮਨੁੱਖ ਦਾ ਸਰੀਰ ਉਹ ਮਿੱਟੀ ਤੋਂ ਬਣਿਆ ਹੈ, ਜੋ ਪ੍ਰਭੂ ਹੈ ਉਹ ਪਾਕ ਰੂਪਾਕ ਤੋਂ ਪੈਦਾ ਹੋਇਆ। ਮਾਤਾ ਮਰੀਮ ਨੂੰ ਜਦੋਂ ਜਬਰਾਇਲ ਫਰਿਸ਼ਤੇ ਨੇ ਸੰਦੇਸ਼ ਦਿੱਤਾ ਤਾਂ ਉਸਨੇ ਕੀ ਕਿਹਾ ਸੀ ਕਿ ਤੂੰ ਕੀ ਹੋਵੇਂਗੀ? ਗਰਭਵਤੀ ਹੋਵੇਂਗੀ, ਰੂਹ ਪਾਕ ਤੇਰੇ ਉੱਤੇ ਕੀ ਕਰੇਗਾ? ਸਾਇਆ ਕਰੇਗਾ। ਅਤੇ ਜੋ ਪ੍ਰਭੂ ਦਾ ਸਰੀਰ ਹੈ ਉਹ ਸਾਡੇ ਵਾਂਗ ਗੁਨਾਹਾਂ ਵਾਲਾ ਨਹੀਂ ਹੈ, ਮਿੱਟੀ ਵਾਲਾ ਨਹੀਂ ਹੈ, ਉਹ ਰੂਹ ਪਾਕ ਦੇ ਫਜ਼ਲ ਦੇ ਨਾਲ ਪੈਦਾ ਹੋਇਆ ਹੈ। ਤੇ ਪ੍ਰਭੂ ਜੋ ਵੀ ਬਣਾਉਂਦਾ ਹੈ, ਸ੍ਰਿਸ਼ਟ ਕਰਦਾ ਹੈ, ਉਹਦੇ ਵਿੱਚ ਕੋਈ ਵੀ ਕਮੀ ਨਹੀਂ ਹੁੰਦੀ ਹੈ। ਤੇ ਉਹ ਜੋ ਬਦਨ, ਉਹਦੀ ਜੋ ਖਾਸੀਅਤ ਹੈ, ਉਹ ਜੋ ਸਾਮਰਥ ਹੈ, ਉਹ ਇਸ ਰੋਟੀ ਵਿੱਚ ਆ ਜਾਂਦਾ ਹੈ। ਤੇ ਮੈਂ ਕਹਿੰਦਾ ਕਿ ਰੋਟੀ ਦਾ ਵਜੂਦ ਖਤਮ ਹੋ ਜਾਂਦਾ ਹੈ ਤੇ ਉਹਦੇ ਵਿੱਚ ਪ੍ਰਭੂ ਆਪ
ਹਾਜ਼ਰ ਹੁੰਦਾ ਹੈ। ਜੇਕਰ ਤੁਸੀਂ ਇੰਟਰਨੈਟ ਤੇ ਸਰਚ ਕਰੋ ਤੇ ਤੁਸੀਂ ਦੇਖੋਗੇ ਕਈ ਅਜਿਹੇ ਲੋਕ ਸਨ ਜਿਨ੍ਹਾਂ ਨੇ ਸ਼ੱਕ ਕੀਤਾ ਕਿ ਇਸ ਰੋਟੀ ਵਿੱਚ ਮਾਸ ਨਹੀਂ ਹੁੰਦਾ, ਯਿਸੂ ਦਾ ਲਹੂ ਨਹੀਂ ਹੁੰਦਾ ਹੈ, ਅਤੇ ਉਹਨਾਂ ਲੋਕਾਂ ਦੀ ਜੀਭ ਦੇ ਉੱਤੇ ਹੀ ਉਹ ਜੋ ਰੋਟੀ ਹੈ ਉਹ ਮਾਸ ਦਾ ਟੁਕੜਾ ਬਣ ਗਈ। ਕਈ ਥਾਵਾਂ ਤੇ ਇਹਦੀ ਐਗਜ਼ਾਮਪਲਸ ਨੇ। ਉਸ ਪਾਕ ਟੁਕੜੇ ਨੂੰ, ਮਾਸ ਨੂੰ ਅਜੇ ਇੱਥੇ ਰੱਖਿਆ ਗਿਆ, ਉਹਦੀ ਆਰਾਧਨਾ ਹੁੰਦੀ ਹੈ। ਯਾਨੀ ਜੋ ਪ੍ਰਭੂ ਕਹਿੰਦਾ ਹੈ ਉਹ ਹੁੰਦਾ ਹੈ, ਤੇ ਉਹਦੇ ਵਿੱਚ ਕੋਈ ਵੀ ਕਮੀ ਨਹੀਂ ਹੁੰਦੀ ਹੈ। ਤੇ ਸਾਡਾ ਕੈਥੋਲਿਕ ਵਿਸ਼ਵਾਸ, ਕੈਥੋਲਿਕ ਜੋ ਈਮਾਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਅਸੀਂ ਖੁਦਾ ਨੂੰ ਕਦੇ ਵੀ ਗਵਾਉਂਦੇ ਨਹੀਂ ਆ। ਅਸੀਂ ਕਦੇ ਵੀ ਖੁਦਾ ਨੂੰ ਗਵਾਉਂਦੇ ਨਹੀਂ ਆ, ਕਿਉਂਕਿ ਖੁਦਾ ਪਾਕ ਰੋਟੀ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਸਾਨੂੰ ਦੇ ਚੁੱਕਾ ਹੈ, ਸਾਡੇ ਨਾਲ ਹੈ। ਸਾਨੂੰ ਪਤਾ ਹੈ ਕਿ ਸਾਡਾ ਪ੍ਰਭੂ ਕਿੱਥੇ ਹੈ। ਜੇਕਰ ਅਸੀਂ ਚਰਚ ਜਾਂਦੇ ਆ, ਪਾਕ ਸੰਦੂਕ ਦੇ ਸਾਹਮਣੇ ਜਾ ਕੇ ਗੋਡੇ ਟੇਕਦੇ ਹਾਂ, ਤਾਂ ਸਾਨੂੰ ਪਤਾ ਹੈ ਕਿ ਸਾਡਾ ਪ੍ਰਭੂ ਇੱਥੇ ਹੈ। ਤੇ ਬਾਈਬਲ ਦੇ ਵਿੱਚ ਜਿੰਨੇ ਵੀ ਖੁਦਾ ਦੇ ਹਸੀਨ ਵਾਅਦੇ ਨੇ, ਉਸ ਨੂੰ ਪੜੋਗੇ ਨਾ, ਗ੍ਰਾਮਰ ਦੇ ਤੌਰ ਤੇ ਪੜੋ ਜਾਂ ਫਿਰ ਥੋੜਾ ਸੋਚ ਕੇ ਪੜੋ, ਫਸਟ ਪਰਸਨ ਦੇ ਅਨੁਸਾਰ, ਉਹ ਤੇ ਦੇਖਿਓ ਪ੍ਰਭੂ ਕਹਿੰਦਾ ਹੈ, ਥੱਕੇ ਮੰਦੇ ਤੇ ਭਾਰੇ ਬੋਝ ਦੇ ਹੇਠਾਂ ਦੱਬੇ ਹੋਏ ਲੋਕੋ, ਉੱਥੇ ਅੱਗੇ ਕੀ ਹੈ ਕਿ ਸਭ ਕੀ ਆਓ ਮੇਰੇ ਕੋਲ ਆਓ। ਯਾਨੀ ਪ੍ਰਭੂ ਕਿਤੇ ਹੈ, ਜੋ ਪ੍ਰਭੂ ਸੱਦਾ ਦੇ ਰਿਹਾ ਹੈ ਕਿ ਮੇਰੇ ਕੋਲ ਆਓ। ਥੱਕੇ ਮੰਦੇ ਭਾਰੇ ਬੋਝ ਦੇ ਹੇਠਾਂ ਦੱਬੇ ਹੋਏ ਲੋਕੋ, ਸਭ ਮੇਰੇ ਕੋਲ ਆਓ ਅਤੇ ਮੈਂ ਤੁਹਾਨੂੰ ਆਰਾਮ ਦੇਵਾਂਗਾ। ਪਾਕ ਸੰਦੂਕ ਉਹ ਸਥਾਨ ਹੈ ਜਿੱਥੇ ਪ੍ਰਭੂ ਦੀ ਹਾਜ਼ਰੀ ਹੈ, ਪ੍ਰਭੂ ਦਾ ਵਾਸ ਹੈ, ਪ੍ਰਭੂ ਦਾ ਸਿੰਘਾਸਨ ਹੈ। ਅਤੇ ਪ੍ਰਭੂ ਦਾ ਸਿੰਘਾਸਨ ਕਿਉਂ ਹੈ? ਕਿਉਂਕਿ ਉਹਦੇ ਵਿੱਚ ਉਸਦਾ ਬਦਨ ਤੇ ਲਹੂ ਹੈ। ਤੇ ਬਦਨ ਤੇ ਲਹੂ ਕੀ ਹੈ? ਬਦਨ ਤੇ ਲਹੂ ਉਹ ਆਮ ਰੋਟੀ, ਜੋ ਪਾਕਮਾਸ ਤੋਂ ਪਹਿਲਾਂ ਆਮ ਰੋਟੀ ਸੀ, ਉਹ ਹੁਣ ਖੁਦਾ ਦੇ ਵਚਨ ਦੇ ਨਾਲ, ਸਾਮਰਥ ਦੇ ਨਾਲ ਉਸਦਾ ਸਰੀਰ ਬਣ ਚੁੱਕਿਆ ਹੈ। ਖੁਦਾ ਆਪ ਉੱਥੇ ਹਾਜ਼ਰ ਹੈ। ਇਸ ਲਈ ਅਸੀਂ ਆਰਾਧਨਾ ਕਰਦੇ ਹਾਂ ਪਾਕ ਯੂਕਰਿਸਟ ਦੀ, ਪਾਕਮਾਸ ਵਿੱਚ ਹਿੱਸਾ ਲੈਂਦੇ ਹਾਂ, ਕਿਉਂਕਿ ਸਾਡਾ ਪ੍ਰਭੂ ਹਰ ਵਕਤ, ਹਰ ਪਲ ਸਾਡੇ ਨਾਲ ਹੁੰਦਾ ਹੈ। ਹੁਣ ਕਈ ਪੈਰਿਸ਼ਾਂ ਵਿੱਚ ਖੁਦਾ ਦੀ ਨੀ ਬਰਕਤ ਹੈ ਕਿ ਹਰ ਦਿਨ ਉੱਥੇ ਪਾਕਮਾਸ ਦੀ ਕੁਰਬਾਨੀ ਹੁੰਦੀ ਤੇ ਲੋਕੀ ਉਹਦੇ ਵਿੱਚ ਵੀ ਹਿੱਸਾ ਲੈਂਦੇ ਨੇ। ਇੱਕ ਜਾਂ ਦੋ ਦਿਨ ਅਗਰ ਕੁਰਬਾਨੀ, ਪਾਕਮਾਸ ਦੀ ਕੁਰਬਾਨੀ ਨਾ ਹੋ ਸਕੇ ਤੇ ਲੋਕ ਖੁਦ ਕਹਿੰਦੇ ਨੇ ਕਿ ਭਾਜੀ ਪਤਾ ਨਹੀਂ ਕੀ ਹੋ ਗਿਆ, ਅੱਜ ਕੋਈ ਕਮੀ ਹੈ। ਮੈਨੂੰ ਇਸ ਸੁਭਾਗ ਸੀ ਕਿ ਮੈਂ ਲੰਮਾ ਪਿੰਡ ਪੈਰਿਸ਼ ਵਿੱਚ ਸੀ, ਜਿੱਥੇ ਹਰ ਰੋਜ਼ ਪਾਕਮਾਸ ਦੀ ਕੁਰਬਾਨੀ ਵਿੱਚ 80, 90, 50, 60 ਜੋ ਪੈਰਿਸ਼ਨਰਸ ਨੇ ਉੱਥੇ ਹਿੱਸਾ ਲੈਂਦੇ ਸੀ। ਕਿਤੇ ਇੱਕ ਅੱਧੇ ਦਿਨ ਏਦਾਂ ਹੋਇਆ ਕਿ ਮੈਂ ਨਹੀਂ ਜਾ ਪਾਇਆ, ਕਿਸੇ ਤਰ੍ਹਾਂ 2 ਦਿਨ ਦੀ ਪਾਕਮਾਸ ਸ਼ਾਮ ਦੀ ਸ਼ਿਫਟ ਕਰਨੀ ਪਈ। ਅਤੇ ਤਦ ਜਦੋਂ ਲੋਕਾਂ ਨੇ ਮੈਨੂੰ ਕਿਹਾ ਕਿ ਫਾਦਰ ਜੀ ਦਿਨ ਖਾਲੀ ਖਾਲੀ ਲੱਗਿਆ, ਕਮੀ ਮਹਿਸੂਸ ਹੋਈ, ਤੇ ਉਸ ਦਿਨ ਮੈਂ ਵੀ ਸੋਚਿਆ ਕਿ ਇਹਨਾਂ ਲੋਕਾਂ ਨੇ ਸੱਚੀ ਉਸ ਖੁਦਾ ਦੀ ਡੂੰਘਾਈ ਨੂੰ ਇੰਨਾ ਹਾਸਲ ਕਰ ਲਿਆ ਹੈ ਕਿ ਦਿਨ ਦੀ ਸ਼ੁਰੂਆਤ ਜੇਕਰ ਪਾਕਮਾਸ ਤੋਂ ਬਗੈਰ ਹੁੰਦੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਦਿਨ ਅਜੇ ਸ਼ੁਰੂ ਹੀ ਨਹੀਂ ਹੋਇਆ ਹੈ। ਹੁਣ ਇਹਦੇ ਵਿੱਚ ਇਹ ਨਹੀਂ ਕਿ ਪਾਕਮਾਸ ਦੇ ਵਿੱਚ ਮੈਂ ਕੋਈ ਬਹੁਤ ਵਧੀਆ ਚੀਜ਼ਾਂ ਕਰ ਰਿਹਾ ਜਾਂ ਕੋਈ ਮੈਂ ਉੱਥੇ ਅਜੀਬ ਕੰਮ ਕਰ ਰਿਹਾ, ਅਦਭੁਤ ਕੰਮ ਕਰ ਰਿਹਾ ਜਾਂ ਐਂਟਰਟੇਨਮੈਂਟ ਕਰ ਰਿਹਾ, ਇੱਦਾਂ ਕੁਛ ਨਹੀਂ ਹੈ। ਪਾਕਮਾਸ ਵਿੱਚ ਕੀ ਹੈ? ਖੁਦਾ ਦੇ ਸ਼ਬਦ ਬੋਲੇ ਜਾ ਰਹੇ ਨੇ ਕਿ ਆਹ ਮੇਰਾ ਸਰੀਰ ਹੈ ਤੇ ਇਹ ਮੇਰਾ ਲਹੂ ਹੈ। ਤੇ ਉਹ ਲੋਕੀ ਵਿਸ਼ਵਾਸ ਨਾਲ ਕਹਿੰਦੇ ਨੇ ਆਮੀਨ, ਤੇ ਉਸ ਨੂੰ ਕਬੂਲਦੇ ਨੇ, ਤੇ ਉਹਨਾਂ ਦਾ ਪੂਰਾ ਦਿਨ ਖੁਦਾ ਦੀ ਸਾਮਰਥ ਵਿੱਚ ਨਿਕਲਦਾ ਹੈ। ਯਾਨੀ ਪਾਕ ਯੂਕਰਿਸਟ ਦਾ ਇਹ ਵੱਡਾ ਖਜ਼ਾਨਾ ਸਾਡੇ ਕੋਲ ਹੈ। ਤੇ ਪ੍ਰਭੂ ਨੇ ਕਿਹਾ ਕਿ ਮੇਰੀ ਯਾਦ ਦੇ ਵਿੱਚ ਇਹ ਕਰਿਆ ਕਰੋ। ਹੁਣ ਤੁਸੀਂ ਪ੍ਰਭੂ ਨੂੰ ਕਦੋਂ ਯਾਦ ਕਰਦੇ ਹੋ? 5 ਮਹੀਨੇ ਬਾਅਦ, 15 ਦਿਨ ਬਾਅਦ, 1 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ? ਕਦੋਂ ਯਾਦ ਕਰਦੇ ਹੋ ਪ੍ਰਭੂ ਨੂੰ? ਮੈਂ ਕੀ ਸੁਣ ਸਕਦਾ? ਜੇਕਰ ਕੋਈ ਸੁਣ ਰਿਹਾ ਹੋਵੇ, ਕਦੋਂ ਯਾਦ ਕਰਦੇ ਹੋ ਪ੍ਰਭੂ ਨੂੰ? 5 ਮਹੀਨੇ ਬਾਅਦ, ਹਰ ਸਮੇਂ, 8 ਮਹੀਨੇ ਬਾਅਦ, ਹਰ ਵੇਲੇ, ਸਾਲ ਬਾਅਦ, ਮਹੀਨੇ ਬਾਅਦ? ਤਕਰੀਬਨ ਮੈਨੂੰ ਉਮੀਦ ਹੈ ਤੇ ਮੈਂ ਇਸ ਉਮੀਦ ਨੂੰ ਟੁੱਟਣ ਨਹੀਂ ਦੇਣਾ ਚਾਹੁੰਦਾ ਕਿ ਸਾਰਿਆਂ ਦਾ ਜਵਾਬ ਇਹ ਹੋਇਆ ਕਿ ਹਰ ਪਲ ਅਸੀਂ ਉਸ ਨੂੰ ਯਾਦ ਕਰਦੇ ਹਾਂ। ਇਸ ਲਈ ਪਾਕਮਾਸ ਦੀ ਵੀ ਕੁਰਬਾਨੀ ਪੂਰੇ ਸੰਸਾਰ ਦੇ ਵਿੱਚ ਹਰ ਪਲ ਚੜਾਈ ਜਾਂਦੀ ਹੈ। ਹੁਣ ਜੇਕਰ ਇੱਥੇ ਸ਼ਾਮ ਹੈ ਤੇ ਕਿਤੇ ਨਾ ਕਿਤੇ ਸਵੇਰ ਹੈ ਤੇ ਉੱਥੇ ਚੜਾਈ ਜਾ ਰਹੀ ਹੈ। ਜਦੋਂ ਉੱਥੇ ਸ਼ਾਮ ਹੋਏਗੀ ਤੇ ਕਿਤੇ ਸਵੇਰ ਹੋਏਗੀ, ਕਿਤੇ ਰਾਤ ਹੈ ਤੇ ਇੱਥੇ ਸਵੇਰ ਹੈ, ਇੱਥੇ ਰਾਤ ਹੈ ਤੇ ਉੱਥੇ ਸਵੇਰ ਹੈ। 24 ਘੰਟੇ ਹਰ ਪਲ ਪ੍ਰਭੂ ਦੀ ਇਸ ਕੁਰਬਾਨੀ ਦਾ ਭੇਦ ਲੋਕਾਂ ਦੇ ਲਈ ਨਿਉਛਾਵਰ ਹੋ ਰਿਹਾ ਹੈ, ਜਿਹਦੇ ਕਰਕੇ ਸਾਡੀ ਦੁਨੀਆ, ਸੰਸਾਰ ਅੱਜ ਵੀ ਟਿਕਿਆ ਹੋਇਆ ਹੈ। ਨਹੀਂ ਤਾਂ ਪਤਾ ਨਹੀਂ ਇਹ ਸੰਸਾਰ ਕਦੋਂ ਦਾ ਖਤਮ ਹੋ ਜਾਣਾ ਸੀ, ਸ਼ੈਤਾਨ ਨੇ ਕਦੋਂ ਇਸ ਨੂੰ ਆਪਣੇ ਹੱਕ ਦੇ ਵਿੱਚ ਲੈ ਲੈਣਾ ਸੀ। ਹੁਣ ਤੁਸੀਂ ਸਾਰੇ
ਪਤਾ ਨਹੀਂ ਮੇਰੇ ਇਸ ਵਿਚਾਰ ਦੇ ਨਾਲ ਸਹਿਮਤ ਹੋਵੋਗੇ ਨਹੀਂ ਹੋਵੋਗੇ। ਬਹੁਤ ਲੋਕੀ ਨੇ ਜੋ ਈਸਾਈ ਭੈਣ ਭਰਾ, ਸ਼ਾਇਦ ਮੈਂ ਪਿਛਲੀ ਵਾਰ ਵੀ ਦੱਸਿਆ ਸੀ ਕਿ ਐਤਵਾਰ ਨੂੰ ਸਭਾਵਾਂ ਵਿੱਚ ਚਲੇ ਗਏ, ਪ੍ਰੇਅਰ ਮੀਟਿੰਗਸ ਵਿੱਚ ਚਲੇ ਗਏ, ਤੇ ਕਈ ਵਿਸ਼ਵਾਸੀ ਜੋ ਆਪਾਂ ਪਾਕ ਮਾਸ ਵਿੱਚ ਹਿੱਸਾ ਲੈਂਦੇ ਹਾਂ, ਉਹ ਆਪ ਕਹਿੰਦੇ ਕਿ ਬਹੁਤ ਵਧੀਆ ਲੱਗਾ, ਇਹ ਹੋਇਆ। ਆਪਾਂ ਸਾਨੂੰ ਪਤਾ ਹੈ ਕਿ ਦਿਸ ਇਜ਼ ਸੈਟ 1-1.5 ਘੰਟਾ ਆਪਾਂ ਪਾਕ ਮਾਸ ਬਿਤਾਇਆ ਤੇ ਆਗੇ ਅਸੀਂ ਖੁਦਾ ਨੂੰ ਹਾਸਲ ਕਰਕੇ ਆ ਗਏ। ਹੁਣ ਜੋ ਲੋਕਡਾਊਨ ਦਾ ਸਮਾਂ, ਇਹਦੇ ਵਿੱਚ ਕੀ ਹੋਇਆ, ਹੁਣ ਜਿੱਥੇ 2-3 ਹਜ਼ਾਰ ਦੀ ਬੰਦਗੀ ਵਿੱਚ ਬੈਠ ਕੇ ਬੰਦਗੀ ਕਰਦੇ ਸੀ, ਹੁਣ ਕੀ ਆਪਣੇ ਘਰ ਦੇ ਆਸ-ਪਾਸ 10-15-20 ਲੋਕ ਇਕੱਠੇ ਹੋਏ, ਪ੍ਰਾਰਥਨਾ ਕਰ ਲਈ, ਤੇ ਉਹਨਾਂ ਨੂੰ ਲੱਗਦਾ ਕਿ ਹਾਂਜੀ ਅਸੀਂ ਉਹੀ ਆਰਾਧਨਾ ਕੀਤੀ, ਅਸੀਂ ਗੀਤ ਗਾਏ, ਅਸੀਂ ਬੰਦਗੀ ਕੀਤੀ, ਸਭ ਹੋ ਗਿਆ, ਬਸ ਲੋਕੀ ਜ਼ਿਆਦਾ ਨਹੀਂ ਸੀ। ਪਰ ਜਿਹੜਾ ਪਾਕ ਮਾਸ ਦੇ ਵਿੱਚ ਹਿੱਸਾ ਲੈਂਦਾ ਹੈ, ਉਸ ਨੂੰ ਕਮੀ ਮਹਿਸੂਸ ਹੋਏਗੀ, ਉਹ ਕਹੇਗਾ ਕਿ ਸਮਥਿੰਗ ਇਜ਼ ਮਿਸਿੰਗ, ਕਿਉਂਕਿ ਮੈਂ ਪਾਕ ਮਾਸ ਵਿੱਚ ਹਿੱਸਾ ਨਹੀਂ ਲੈ ਸਕਿਆ, ਮੈਂ ਪ੍ਰਭੂ ਦੇ ਸਰੀਰ ਨੂੰ ਹਾਸਲ ਨਹੀਂ ਕਰ ਸਕਿਆ ਹਾਂ। ਕਿਉਂਕਿ ਜੋ ਪਾਕ ਮਾਸ ਦੀ ਕੁਰਬਾਨੀ ਸਿਰਫ ਪ੍ਰਭੂ ਚੜਾਉਂਦਾ ਹੈ, ਤੇ ਪ੍ਰਭੂ ਨੇ ਪੁਰੋਹਿਤਾਂ ਨੂੰ ਮਖਸੂਸ ਕੀਤਾ ਹੈ ਕਿ ਸਿਰਫ ਇੱਕ ਮਖਸੂਸ ਪੁਰੋਹਿਤ ਹੀ ਉਸ ਦੀ ਕੁਰਬਾਨੀ ਨੂੰ ਚੜਾ ਸਕਦਾ ਹੈ। ਕਿ ਜਦੋਂ ਅਸੀਂ ਉਸ ਕੁਰਬਾਨੀ ਭੇਦ ਵਿੱਚ ਹਿੱਸਾ ਲੈਂਦੇ ਹਾਂ, ਤੇ ਅਸੀਂ ਖੁਦਾ ਨੂੰ ਸੱਚੇ ਤੌਰ ਤੇ ਹਾਸਲ ਕਰਦੇ ਹਾਂ। ਤੇ ਜੋ ਮੈਂ ਹੁਣ ਇੱਕ ਪ੍ਰੈਕਟੀਕਲ ਜਿਸ ਤਰ੍ਹਾਂ ਦੱਸਣ ਜਾ ਰਿਹਾ, ਇਸ ਟੌਪਿਕ ਦੇ ਬਾਰੇ ਆਪਾਂ ਬਹੁਤ ਕੁਝ ਡਿਸਕਸ ਕਰ ਸਕਦੇ ਹਾਂ, ਸੋ ਮਚ ਵੀ ਕੈਨ ਡਿਸਕਸ। ਜਿਸੇ ਮੈਂ ਦੁਬਾਰਾ ਰਿਪੀਟ ਕਰ ਰਿਹਾ, ਜਦ ਤੱਕ ਇਸ ਨੂੰ ਜਿਉਣਾ ਸ਼ੁਰੂ ਨਹੀਂ ਕਰੋਗੇ, ਇਹ ਸਮਝਣ ਦਾ ਕੋਈ ਵੀ ਫਾਇਦਾ ਨਹੀਂ ਹੈ। ਆਪਣੀ 4 ਸਾਲ ਦੀ ਥਿਓਲੋਜੀ ਵਿੱਚ, ਫਿਲਾਸਫੀ ਬਾਅਦ ਜੋ 4 ਸਾਲ ਥਿਓਲੋਜੀ ਵਿੱਚ, ਮੈਂ ਯੂਕਰਿਸਟ ਦੇ ਬਾਰੇ ਬਹੁਤ ਕੁਝ ਪੜਿਆ ਕਿ ਇਸ ਸਾਲ ਦੇ ਵਿੱਚ ਇਹ ਡਿਕਲੇਅਰ ਕੀਤਾ ਗਿਆ ਸੀ, ਉਸ ਸਾਲ ਦੇ ਵਿੱਚ ਉਹ ਡਿਕਲੇਅਰ ਕੀਤਾ ਗਿਆ ਸੀ, ਪਰ ਜਦ ਤੱਕ ਮੈਂ ਆਪਣੀ ਪਹਿਲੀ ਕੁਰਬਾਨੀ ਨਹੀਂ ਚੜਾਈ ਨਾ, ਮੈਂ ਉਹਦੇ ਅਰਥ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਪਾਇਆ ਸੀ। ਮੈਨੂੰ ਯਾਦ ਹੈ ਕਿ ਜਦੋਂ ਮੈਂ ਪਹਿਲੀ ਵਾਰ ਪਾਕ ਮਾਸ ਦੀ ਕੁਰਬਾਨੀ ਵਿੱਚ ਉਸ ਰੋਟੀ ਨੂੰ ਚੁੱਕ ਕੇ ਜਦੋਂ ਮੈਂ ਕਿਹਾ ਨਾ ਕਿ ਇਹ ਹੈ ਮੇਰਾ ਸਰੀਰ, ਮੇਰੇ ਅੰਦਰੋਂ ਪਤਾ ਨਹੀਂ ਸਮਥਿੰਗ ਵਾਸ ਹੈਪਨਿੰਗ ਕਿ ਯਾਰ ਮੈਂ ਐਮ ਆਈ ਏਬਲ, ਕਿ ਮੈਂ ਇਸ ਯੋਗ ਹੈਗਾ ਵਾਂ ਕਿ ਇਸ ਨੂੰ ਕਹਿ ਸਕਾਂ ਕਿ ਦਿਸ ਇਜ਼ ਮਾਈ ਬੋਡੀ। ਯਾਨੀ ਜੇਕਰ ਮੈਂ ਕਹਿ ਰਿਹਾ ਤਾਂ ਯਿਸੂ ਇਸ ਨਾ ਚੀਜ਼ ਨੂੰ ਮੀਨਸ ਇਸ ਦੇ ਉੱਤੇ ਕਬਜ਼ਾ ਲੈ ਕੇ ਉਸ ਨੂੰ ਆਪਣਾ ਸਰੀਰ ਬਣਾ ਕੇ ਕਹਿ ਰਿਹਾ ਕਿ ਦਿਸ ਇਜ਼ ਮਾਈ ਬੋਡੀ। ਇਸ ਨਾ ਚੀਜ਼ ਨੂੰ ਆਪ ਕਬੂਲ ਕਰ ਰਿਹਾ ਹੈ। ਆਈ ਡੋਂਟ ਨੋ ਹਾਊ ਟੂ ਐਕਸਪਲੇਨ। ਇਸ ਚੀਜ਼ ਨੂੰ ਆਪ ਬਣ ਗਿਆ। ਇਹ ਕਿੱਥੇ ਬੀਨੂ ਜੋਸਫ, ਐਂਥਨੀ ਜੋਸਫ, ਤੇ ਹੁਣ ਇਹ ਕਹਿ ਰਿਹਾ ਕਿ ਇਹ ਹੈ ਮੇਰਾ ਸਰੀਰ, ਯਾਨੀ ਯਿਸੂ ਦੇ ਬਚਨ ਨੂੰ ਮੈਂ ਕਹਿ ਰਿਹਾ ਹਾਂ। ਤੇ ਜਦੋਂ ਤੁਸੀਂ ਉਸ ਸਰੀਰ ਨੂੰ, ਜਦੋਂ ਪ੍ਰੋਹਿਤ ਤੁਹਾਨੂੰ ਦਿੰਦਾ ਹੈ ਕਿ ਯਿਸੂ ਦਾ ਬਦਨ, ਜੋ ਤੁਸੀਂ ਕਹਿੰਦੇ ਹੋ ਆਮੀਨ, ਜਦੋਂ ਤੁਸੀਂ ਉਸ ਨੂੰ ਕਬੂਲਦੇ ਹੋ, ਤਾਂ ਤੁਸੀਂ ਵੀ ਦੇਖੋ ਆਪਣੇ ਵਜੂਦ ਤੋਂ ਕਿੰਨਾ ਉੱਪਰ ਉੱਠ ਗਏ ਹੋ ਕਿ ਉਸ ਸਰੀਰ ਨੂੰ ਕਬੂਲ ਕੇ ਤੁਸੀਂ ਕਹਿ ਸਕਦੇ ਹੋ ਕਿ ਆਮੀਨ, ਜੋ ਇਹ ਸਰੀਰ ਮੇਰਾ ਮੁਕਤੀ ਹੈ, ਮੇਰਾ ਲਹੂ ਹੈ, ਮੇਰਾ ਜੀਵਨ ਹੈ, ਉਸ ਨੂੰ ਮੈਂ ਕਬੂਲ ਕਰ ਲਿਆ ਹੈ ਤੇ ਇਹ ਮੇਰੇ ਨਾਲ ਰਹੇਗਾ। ਇਸੇ ਪ੍ਰਭੂ ਦੇ ਪਿਆਰਿਓ, ਇਸ ਮਹਾਨ ਭੇਦ ਨੂੰ ਹਾਸਲ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਸਾਡੇ ਕੋਲ ਇਤਰਾਫ ਦਾ ਸੈਕਰਮੈਂਟ ਵੀ ਹੈ। ਇਹ ਦੋ ਸੈਕਰਮੈਂਟ ਨੇ ਜੋ ਸੀ ਬਾਰ-ਬਾਰ, ਪਾਕ ਸ਼ਾਕਤ ਅਤੇ ਇਤਰਾਫ, ਇਹ ਦੋਨੋਂ ਇੰਟਰਲਿੰਕ ਨੇ। ਜੇਕਰ ਪਾਕ ਸ਼ਾਕਤ ਨੂੰ ਸਹੀ ਢੰਗ ਦੇ ਨਾਲ, ਯੋਗ ਢੰਗ ਦੇ ਨਾਲ ਕਬੂਲਣਾ ਹੈ, ਤਾਂ ਫਿਰ ਆਪਣੇ ਗੁਨਾਹਾਂ ਤੋਂ ਤੌਬਾ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਪਿਆਰਿਓ, ਆਓ ਅਸੀਂ ਖੁਦਾ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰੀਏ ਕਿ ਇਹ ਜੋ ਭੇਦ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਸਾਡੀ ਸਮਝ ਤੋਂ ਵੀ ਨਿਕਲ ਕੇ ਸਾਡੇ ਅੰਦਰ ਹੀ ਵਸ ਜਾਵੇ, ਤਾਂ ਕਿ ਸਾਨੂੰ ਸਮਝਣ ਦੀ ਕੋਈ ਵੀ ਜ਼ਰੂਰਤ ਨਾ ਪਵੇ। ਅਸੀਂ ਸਬਜੈਕਟ ਸਮਝਦੇ ਹਾਂ, ਸਾਇੰਸ ਦਾ ਸਬਜੈਕਟ ਸਮਝ ਲਿਆ, ਮੈਥ ਦਾ ਸਮਝ ਲਿਆ, ਜਿਓਗ੍ਰਾਫੀ ਸਮਝ ਲਈ, ਪਰ ਪ੍ਰਭੂ ਸਬਜੈਕਟ ਨਹੀਂ ਹੈ, ਉਹ ਮੇਰਾ ਮੁਕਤੀਦਾਤਾ ਹੈ। ਤੇ ਜੋ ਮੁਕਤੀਦਾਤਾ ਹੈ ਉਹਦਾ ਜੀਵਨ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਨਾਓ ਯੂ ਕਾਂਟ ਕੀਪ ਮੁਕਤੀਦਾਤਾ ਦੂਰ ਰੱਖ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋਗੇ, ਉਹ ਕਦੇ ਵੀ ਤੁਹਾਡੇ ਜੀਵਨ ਦੇ ਵਿੱਚ ਨਹੀਂ ਆਏਗਾ। ਇਸ ਲਈ ਯਿਸੂ ਨੂੰ ਕਬੂਲੋ, ਉਹਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰੋ, ਫਿਰ ਇਹ ਸਾਰੇ ਭੇਦ ਆਪਣੇ ਆਪ ਹੀ ਕਲੀਅਰ ਹੋ ਜਾਣਗੇ, ਅੰਦਰ ਵਸ ਜਾਣਗੇ। ਤੇ ਜਦੋਂ ਤੁਸੀਂ ਯਿਸੂ ਦੇ ਅੱਗੇ ਸਮਰਪਿਤ ਹੋਗੇ ਤਾਂ ਸਭ ਕੁਝ ਤੁਹਾਡਾ ਆਪਣਾ ਹੀ ਹੋ ਜਾਏਗਾ। ਤੇ ਜਿਸ ਤਰ੍ਹਾਂ ਪ੍ਰਭੂ ਕਹਿੰਦਾ ਮਤੀ ਦੀ ਅੰਜੀਲ 6:33 ਆਇਤ ਦੇ ਵਿੱਚ ਕਿ ਸਭ ਤੋਂ ਪਹਿਲਾਂ ਸਵਰਗ ਰਾਜ, ਸਵਰਗ ਅਤੇ ਖੁਦਾ ਦੀ ਮਰਜ਼ੀ ਖੋਜ ਕਰੋ ਤਾਂ ਬਾਕੀ ਸਭ ਕੁਝ ਤੁਹਾਨੂੰ ਆਪਣੇ ਆਪ ਹੀ ਮਿਲ ਜਾਵੇਗਾ। ਇਸ ਲਈ ਤੁਹਾਡੇ ਅੱਗੇ ਮੇਰੀ ਇਹ ਗੁਜ਼ਾਰਿਸ਼ ਹੈ ਕਿ ਜਦੋਂ ਵੀ ਤੁਹਾਨੂੰ ਟਾਈਮ ਮਿਲੇਗਾ, ਸੰਤ यूहन्ना ਦੀ ਅੰਜੀਲ 6:53 ਆਇਤ ਜ਼ਰੂਰ ਪੜ੍ਹਨਾ। ਸੰਤ यूहन्ना ਦੀ ਅੰਜੀਲ 6:53 ਆਇਤ, ਇਸ ਨੂੰ ਪੜ੍ਹ ਕੇ ਲਾਸਟ ਟਾਕ ਦੇ ਵਿੱਚ ਦੱਸਿਆ, ਪੜੋ 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 ਤੇ ਆਪਣੇ ਆਪ ਹੀ ਉਹ
ਜੋ ਵਚਨ ਹੈ ਤੁਹਾਡੇ ਅੰਦਰ ਵਾਸ ਕਰੇਗਾ, ਕਿਉਂਕਿ ਜਿਉਂਦਾ ਅਤੇ ਕਿਰਿਆਸ਼ੀਲ ਹੈ। ਇਸੇ ਪ੍ਰਭੂ ਦੇ ਪਿਆਰਿਓ, ਇਸ ਤਰ੍ਹਾਂ ਪਿਆਰ ਦੇ ਵਿੱਚ ਬਣੇ ਰਹੋ, ਪਾਕ ਮਾਜ਼ੀ ਇਸ ਮਹਾਨ ਅਰਥ ਨੂੰ ਸਮਝੋ ਅਤੇ ਪਾਕ ਸ਼ਾਸਤਰ ਨੂੰ ਯੋਗ ਢੰਗ ਦੇ ਨਾਲ ਕਬੂਲ ਕਰੋ ਤੇ ਖੁਦਾ ਤੁਹਾਨੂੰ ਸਾਰਿਆਂ ਨੂੰ ਆਪਣੀ ਸ਼ਾਂਤੀ ਦੇ ਨਾਲ, ਪਿਆਰ ਦੇ ਨਾਲ ਭਰਪੂਰ ਕਰੇ। ਆਮੀਨ।